तेरे सदके वे दीदारा अज मुखिया ने तांगा प्यार दिया तेरे सदके वे दीदारा। बिस्मिल्लाहिर्रहमानिर्रहीम। अस्सलामु अलैकुम वरहमतुल्लाहि वबरकातुहू। जी नाज़रीन, सन 1974 ਦੇ ਵਿੱਚ ਇੱਕ ਫਿਲਮ ਖਤਰਨਾਕ ਪੰਜਾਬੀ ਬਣੀ ਸੀ। ਜਿਸ ਵੇਲੇ ਫਿਲਮ ਬਣੀ ਸੀ ਉਸ ਵੇਲੇ ਬਹੁਤ ਸਾਰੀਆਂ ਸਟੋਰੀਆਂ ਨੇ ਜਨਮ ਲਿਆ ਸੀ ਇਸ ਫਿਲਮ ਦੇ ਦੌਰਾਨ। ਇਹਦੇ ਵਿੱਚ ਅਦਾਕਾਰ ਯੂਸਫ ਖਾਨ ਤੇ ਵੀ ਬਹੁਤ ਸਾਰੇ ਇਲਜ਼ਾਮਾਤ ਲੱਗੇ ਕਿ ਇਹ ਫਿਲਮ ਬਹੁਤ ਫਹਾਸ਼ੀ ਵਾਲੀ ਬਣੀ ਜਿਹੜੀ ਇਹਨਾਂ ਦੀ ਨਿਗਰਾਨੀ ਦੇ ਵਿੱਚ ਬਣੀ। ਦੂਸਰਾ ਵਾਕਿਆ ਅਦਾਕਾਰ ਨੀਲੋ ਦੇ ਨਾਲ ਕੀ ਵਾਕਿਆ ਪੇਸ਼ ਆਇਆ ਉਹ ਸਾਰੀ ਸਟੋਰੀ ਇਹ ਤੁਹਾਨੂੰ ਮੈਂ ਤਫਸੀਲ ਦੇ ਨਾਲ ਦੱਸਦਾ। ਉਮੀਦ ਆ ਤੁਸੀਂ ਬੜੇ ਸ਼ੌਕ ਨਾਲ ਸੁਣੋਗੇ ਔਰ ਤੁਹਾਨੂੰ ਪਸੰਦ ਆਏਗੀ। ਤੇ ਲਓ ਜੀ, ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰ ਦੇਣਾ। ਹਰ ਫਿਲਮ ਜਿਹੜੀ ਬਣਦੀ ਆ ਉਹਦੇ ਵਿੱਚ ਸਿਰਫ ਖਾਸ ਕਰ ਪਾਕਿਸਤਾਨ ਦੇ ਵਿੱਚ ਅਦਾਕਾਰ ਨੂੰ ਸਿਰਫ ਉਹਦੇ ਕਰੈਕਟਰ ਦੇ ਬਾਰੇ ਦੱਸਿਆ ਜਾਂਦਾ, ਤੂੰ ਆਹ ਰੋਲ ਕਰਨਾ, ਜਾਂ ਉਹਦੀ ਫਿਲਮ ਦੀ ਸਟੋਰੀ ਉਹਨੂੰ ਦੱਸੀ ਜਾਂਦੀ ਹੈ। ਬਾਕੀ ਨਹੀਂ ਦੱਸਿਆ ਜਾਂਦਾ ਕਿ ਕਿਹੜਾ ਕਿਹੜਾ ਬੰਦਾ ਇਹਦੇ ਵਿੱਚ ਸਿਲੈਕਟ ਹੋਇਆ ਜਾਂ ਕਿਹੜੇ ਬੰਦੇ ਨੂੰ ਰੋਲ ਦਿੱਤਾ ਗਿਆ। ਤੇ ਇਸ ਫਿਲਮ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਫਹਾਸ਼ੀ ਵਾਲੇ ਗਾਣੇ ਪਾ ਦਿੱਤੇ ਗਏ ਜਿਹੜੇ ਕਿ ਅਦਾਕਾਰ ਯੂਸਫ ਖਾਨ ਨੂੰ ਨਹੀਂ ਸੀ ਪਤਾ, ਲੇਕਿਨ ਉਹ ਫਰਮਾਏ ਦੂਸਰੇ ਅਦਾਕਾਰਾਂ ਤੇ ਗਏ ਸੀ ਤੇ ਲੇਕਿਨ ਮਲਬਾ ਸਾਰਾ ਯੂਸਫ ਖਾਨ ਦੇ ਉੱਤੇ ਪਾਤਾ ਸੀ, ਕਿਉਂਕਿ ਯੂਸਫ ਖਾਨ ਨੂੰ ਤਾਂ ਪਤਾ ਹੀ ਨਹੀਂ ਸੀ ਹੈਗਾ ਵੀ ਇਸ ਗਾਣੇ ਦੇ ਵਿੱਚ ਕੀ ਕਿਹੜੇ ਗਾਣੇ ਇਹਨਾਂ ਨੇ ਬਾਅਦ ਚ ਪਾਏ ਨੇ ਫਹਾਸ਼ੀ ਵਾਲੇ। ਤੇ ਇਹ ਇਸ ਤਰ੍ਹਾਂ ਵਾਕਿਆ ਕਿ ਸਨ 1974 ਦੇ ਵਿੱਚ ਜਿਸ ਵੇਲੇ ਇਹ ਫਿਲਮ ਬਣਦੀ ਆ ਉਸ ਵੇਲੇ ਨੀਲੋ ਜਿਹੜੀ ਆ ਨਾ ਇਸਰਾਰ ਕਰਦੀ ਆ ਯੂਸਫ ਖਾਨ ਸਾਹਿਬ ਦੇ ਨਾਲ ਕਿ ਮੈਨੂੰ ਫਿਲਮਾਂ ਦੇ ਵਿੱਚ ਕਾਸਟ ਕਰਵਾਓ, ਕਿ ਕਿਉਂਕਿ ਅਦਾਕਾਰਾ ਨੀਲੋ ਦੇ ਖਾਮਦ ਜਿਹੜੇ ਸ਼ੌਹਰ ਸੀ ਸ਼ਾਹਦ ਰਿਆਜ਼ ਸਾਹਿਬ ਉਹ ਵਫਾਤ ਪਾ ਚੁੱਕੇ ਸੀ। ਤੇ ਸਨ 69 ਤੋਂ ਬਾਅਦ ਜਿਸ ਵੇਲੇ ਉਹਨਾਂ ਦੀ ਸ਼ਾਦੀ ਹੋ ਗਈ ਸੀ ਨਾ, ਉਹਨਾਂ ਨੇ ਫਿਲਮਾਂ ਦੇ ਵਿੱਚ ਕੰਮ ਕਰਨਾ ਛੱਡ ਦਿੱਤਾ ਸੀ। ਲੇਕਿਨ ਸਨ 1972 ਦੇ ਵਿੱਚ ਜਿਸ ਵੇਲੇ ਰਿਆਜ਼ ਸ਼ਾਹ ਸਾਹਿਬ ਫੌਤ ਹੋ ਜਾਂਦੇ ਨੇ ਉਸ ਵੇਲੇ ਅਦਾਕਾਰ ਸ਼ਾਨ ਜਿਹੜਾ ਸੀ ਸਾਲਕ ਦਾ ਸੀ, 71 ਦੀ ਪੈਦਾਇਸ਼ ਆ। ਤੇ ਉਹ ਘਰ ਦੇ ਵਿੱਚ ਇਸ ਤਰ੍ਹਾਂ ਇੰਨੇ ਫਾਕੇ ਪੈਦਾ ਹੋ ਗਏ ਕਿ ਘਰ ਦਾ ਚੁੱਲ੍ਹਾ ਵੀ ਨਹੀਂ ਸੀ ਚੱਲਦਾ, ਘਰ ਦੇ ਅਖਰਾਜਾਤ ਜ਼ਿਆਦਾ ਸੀ। ਕੋਠੀ ਤਾਂ ਬਹੁਤ ਬੜੀ ਸੀ ਜਿਹਦੇ 'ਚ ਰਹਿ ਰਹੀਆਂ ਸੀ, ਲੇਕਿਨ ਉਹ ਕੋਠੀ ਪਹਿਲਾਂ ਬਣੀ ਹੋਈ ਸੀ, ਲੇਕਿਨ ਉਸ ਕੋਠੀ ਨੂੰ ਕੀ ਕਰਨਾ ਜਦੋਂ ਘਰ ਦੇ ਵਿੱਚ ਖਾਣ ਵਾਸਤੇ ਕੋਈ ਚੀਜ਼ ਨਹੀਂ, ਬੱਚਿਆਂ ਦੀ ਬਿਹਤਰ ਤਰਬੀਅਤ ਵਾਸਤੇ ਕੋਈ ਪੈਸਾ ਨਹੀਂ ਹੈਗਾ। ਤੇ ਲੇਕਿਨ ਜਿਹੜੇ ਇਹਦੇ ਸਸੁਰਾਲ ਵਾਲੇ ਸੀ ਨਾ ਨੀਲੋ ਦੇ, ਇਹ ਨੀਲੋ ਨੇ ਦੇਖ ਲਓ ਪਹਿਲਾਂ ਇਹ ਸਾਈਵਲ ਨਾਲ ਤਲਕ ਰੱਖਦੀ ਸੀ, ਫਿਰ ਇਹਨੇ ਆਪਣਾ ਨਾਮ ਚੇਂਜ ਕਰਕੇ ਆਪਦਾ ਰੱਖ ਲਿਆ ਤੇ ਫਿਰ ਇਹਨੇ ਆਪਣੇ ਬੱਚਿਆਂ ਦੇ ਅਖਰਾਜਾਤ ਵਾਸਤੇ ਫਿਰ ਕੁਛ ਤਗੋਦੋ ਸ਼ੁਰੂ ਕੋਸ਼ਿਸ਼ ਕਰਤੀ ਕਿ ਮੈਂ ਫਿਰ ਦੁਬਾਰਾ ਫਿਲਮਾਂ ਦੇ ਵਿੱਚ ਇਨ ਹੋਵਾਂ ਤਾਂ ਕਿ ਮੇਰੇ ਘਰ ਦਾ ਖਰਚਾ ਚੱਲ ਸਕੇ। ਤੁਹਾਨੂੰ ਪਤਾ ਜਦੋਂ ਗਰੀਬ ਦਾ ਚੁੱਲ੍ਹਾ ਨਾ ਬਲੇ, ਪੇਟ ਭਰ ਕੇ ਰੋਟੀ ਨਾ ਖਾਵੇ ਤੇ ਫਿਰ ਉਹ ਕੀ ਕਰੇ। ਅਦਾਕਾਰਾ ਨੀਲੋ ਕੋ ਕੋਈ ਹੁਨਰ ਵੀ ਹੋਰ ਕੋਈ ਨਹੀਂ ਸੀ ਹੈਗਾ ਵੀ ਚਲੋ ਕੋਈ ਬੰਦੇ ਕੋ ਹੋਰ ਹੁਨਰ ਹੋਵੇ, ਕੋਈ ਸਿਲਾਈ ਕਢਾਈ ਵਾਲਾ ਜਾਂ ਕਿਸ ਤਰ੍ਹਾਂ ਦਾ, ਚਲੋ ਉਹ ਕੰਮ ਕਰ ਲਵੇ। ਉਹਨਾਂ ਕੋਲ ਕੋਈ ਹੁਨਰ ਵੀ ਨਹੀਂ ਸੀ ਫਿਲਮ ਇੰਡਸਟਰੀ ਤੋਂ ਇਲਾਵਾ। ਤੇ ਉਹਨਾਂ ਨੇ ਫਿਰ ਅਦਾਕਾਰ ਯੂਸਫ ਖਾਨ ਸਾਹਿਬ ਨੂੰ ਕਿਹਾ ਕਿ ਮੇਰੀ ਤੁਸੀਂ ਮਦਦ ਕਰੋ ਔਰ ਮੈਨੂੰ ਫਿਲਮ ਇੰਡਸਟਰੀ ਦੇ ਵਿੱਚ ਦੁਬਾਰਾ ਇਨ ਕਰੋ, ਕਿਉਂਕਿ ਮੇਰੇ ਸਸੁਰਾਲ ਵਾਲੇ ਉਹ ਨਹੀਂ ਚਾਹੁੰਦੇ ਕਿ ਤੁਸੀਂ ਦੁਬਾਰਾ ਫਿਲਮਾਂ ਦੇ ਵਿੱਚ ਕੰਮ ਕਰੋ। ਤੇ ਲੇਕਿਨ ਉਹ ਬੱਚਿਆਂ ਦੀ ਸਪੋਰਟ ਵੀ ਕੋਈ ਨਹੀਂ ਕਰਦੇ, ਕੋਈ ਪੈਸਾ ਵੀ ਨਹੀਂ ਦਿੰਦੇ। ਮੈਂ ਕਿਸ ਤਰ੍ਹਾਂ ਕਰਦੇ ਅਖਰਾਜਾਤ ਖਰਚਾ ਚਲਾਵਾਂ, ਤੁਸੀਂ ਮੇਰੀ ਸਪੋਰਟ ਕਰੋ ਔਰ ਤੁਸੀਂ ਮੈਨੂੰ ਭੈਣ ਕਹਿੰਦੇ ਹੋ ਤਾਂ ਮੇਰੇ ਭਾਈ ਬਣ ਕੇ ਦਿਖਾਵੋ। ਤੇ ਇਹ ਜਦੋਂ ਸਾਰੀਆਂ ਗੱਲਾਂ ਅਦਾਕਾਰਾ ਨੀਲੋ ਨੇ ਯੂਸਫ ਖਾਨ ਸਾਹਿਬ ਨੂੰ ਦੱਸੀਆਂ ਤੇ ਯੂਸਫ ਖਾਨ ਸਾਹਿਬ ਨੇ ਕਿਹਾ ਕਿ ਠੀਕ ਆ, ਮੈਂ ਤੁਹਾਡਾ ਭਾਈ ਆ, ਅੱਜ ਤੋਂ ਬਾਅਦ ਤੁਸੀਂ ਆਪਣੀ ਫਿਲਮ ਦੇ ਵਿੱਚ ਸ਼ੂਟਿੰਗ ਦੇ ਵਿੱਚ ਹਿੱਸਾ ਲਵੋ। ਉਸ ਵੇਲੇ ਖਤਰਨਾਕ ਫਿਲਮ ਬਣ ਰਹੀ ਸੀ ਤੇ ਜਿਸ ਵੇਲੇ ਖਤਰਨਾਕ ਫਿਲਮ ਦੀ ਸ਼ੂਟਿੰਗ ਹੋਣ ਲੱਗੀ, ਪਹਿਲਾ ਗਾਣਾ ਫਿਲਮਾਇਆ ਜਾਣਾ ਸੀ ਤੇ ਨੀਲੋ ਜਿਹੜੀ ਆ ਨਾ ਉਹ ਅੰਦਰ ਸ਼ੂਟਿੰਗ ਕਰਨ ਵਿੱਚ ਮਸਰੂਫ ਹੋ ਗਈ। ਬਾਹਰ ਅਦਾਕਾਰ ਯੂਸਫ ਖਾਨ ਸਾਹਿਬ ਆਪਣੇ ਗਨਮੈਨ ਨੂੰ ਲੈ ਕੇ ਬਹਿ ਗਏ ਔਰ ਵੇਖਦੇ ਨੇ ਕਿ ਇਹਨਾਂ ਦੇ ਸਸੁਰਾਲ ਦੇ ਵਿੱਚੋਂ ਕੋਈ ਆਂਦਾ ਤਾਂ ਨਹੀਂ, ਕੋਈ ਇਹਦੇ ਤੇ ਹਮਲਾ ਤਾਂ ਨਹੀਂ ਕਰਦਾ, ਅਟੈਕ ਤਾਂ ਨਹੀਂ ਕਰਦਾ, ਇਹਨੂੰ ਰੋਕਦਾ ਤਾਂ ਨਹੀਂ ਵੀ ਤੂੰ ਫਿਲਮਾਂ ਦੇ ਵਿੱਚ ਹਿੱਸਾ ਨਾ ਲੈ। ਤੇ ਅਦਾਕਾਰ ਯੂਸਫ ਖਾਨ ਸਾਹਿਬ ਨੇ ਫਿਰ ਫੁੱਲ ਬਹਿ ਕੇ ਬਾਹਰ ਉਹਦੀ ਸਪੋਰਟ ਕੀਤੀ, ਅੰਦਰ ਉਹਨੇ ਫਿਰ ਗਾਣੇ ਵਗੈਰਾ ਰਿਕਾਰਡ ਕਰਾਏ। ਤੇ ਉਸ ਤੋਂ ਬਾਅਦ ਫਿਰ ਅਦਾਕਾਰ ਯੂਸਫ ਖਾਨ ਸਾਹਿਬ ਦੇ ਨਾਲ ਇਹਨੇ ਫਿਰ ਨੀਲੋ ਨੇ ਇੱਕ ਜਿਹੜਾ ਤੁਸੀਂ ਪਹਿਲਾ ਗਾਣਾ ਸੁਣਿਆ ਤੇ ਯਾਰਾ ਇਹਦੇ 'ਚ ਰੋਮਾਂਟਿਕ ਕਿਸਮ ਦਾ ਗਾਣਾ ਸੀ ਤੇ ਇਹਦੇ ਵਿੱਚ ਸੀਨ ਫਿਰ ਸਟੈਪ ਇਹੋ ਜਿਹੇ ਕੀਤੇ ਗਏ ਜਿਹੜੇ ਅਦਾਕਾਰ ਯੂਸਫ ਖਾਨ ਨੂੰ ਪਸੰਦ ਨਹੀਂ ਸੀ। ਹਾਲਾਂਕਿ ਅਦਾਕਾਰ ਯੂਸਫ ਸਾਹਿਬ ਨੇ ਨੀਲੋ ਨੂੰ ਕਿਹਾ ਵੀ ਸੀ ਤੂੰ ਇਹ ਸਟੈਪ ਨਾ ਲੈ,
ਇਹ ਸਟੈਪ ਨਾ ਕਰ, ਲੇਕਿਨ ਅਦਾਕਾਰਾ ਨੀਲੋ ਨਾ ਮੰਨਿਆ। ਉਹਨਾਂ ਨੇ ਕਿਹਾ ਕਿ ਮੈਂ ਇਸ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਾਂਗੀ, ਕਿਉਂਕਿ ਫਿਲਮ ਇੰਡਸਟਰੀ 'ਚ ਦੋ ਐਸੀਆਂ ਅਦਾਕਾਰਾ ਸੀ ਜਿਹੜੀਆਂ ਕੰਪਰੋਮਾਈਜ਼ ਨਹੀਂ ਸੀ ਕਰਦੀਆਂ, ਇੱਕ ਕਵਿਤਾ ਤੇ ਇੱਕ ਅਦਾਕਾਰਾ ਨੀਲੋ। ਇਹ ਜਿਸ ਵੇਲੇ ਵੀ ਕੋਈ ਸੀਨ ਕਰਦੀਆਂ ਸੀ ਐਸੇ ਸਟੈਪ ਲੈਂਦੀਆਂ ਸੀ ਕਿ ਉਹ ਕਹਿੰਦੀਆਂ ਸੀ ਅਗਰ ਨਾ ਲਵਾਂਗੇ ਫਿਲਮ ਕਾਮਯਾਬ ਨਹੀਂ ਹੋਏਗੀ, ਅਸੀਂ ਪੂਰੀ ਤਰ੍ਹਾਂ ਤਰੀਕੇ ਨਾਲ ਕਿਰਦਾਰ ਅਦਾ ਨਹੀਂ ਕਰਿਆ, ਗਾਣਾ ਕਿਵੇਂ ਕਾਮਯਾਬ ਹੋਏਗਾ। ਤੇ ਲੇਕਿਨ ਉਹ ਕਹਿੰਦੀ ਇਸ ਜੋ ਸਟੈਪ ਲੈਣੇ ਗੰਦੇ ਫਾਹਸ਼ੀ ਵਾਲੇ ਜਿਹੜੇ ਸੀ ਉਹਨਾਂ ਦੀ ਮਜਬੂਰੀ ਬਣ ਜਾਂਦੀ ਸੀ। ਤੇ ਉਹ ਫਿਰ ਇਸ ਤਰ੍ਹਾਂ ਨੀਲੋ ਨੇ ਇੱਕ ਗਾਣਾ ਵੀ ਯੂਸਫ ਖਾਨ ਸਾਹਿਬ ਦੇ ਨਾਲ ਗਾਇਆ ਜਿਹੜਾ ਲੋਕਾਂ ਨੇ ਬੜਾ ਇਤਰਾਜ਼ ਕੀਤਾ। ਤੇ ਲੇਕਿਨ ਇਸ ਫਿਲਮ ਦੇ ਵਿੱਚ ਹੋਰ ਬਹੁਤ ਜ਼ਿਆਦਾ ਗੰਦੇ ਗਾਣੇ ਗਾਏ ਗਏ ਜਿਹੜੇ ਦੂਸਰੇ ਅਦਾਕਾਰਾਂ ਨੇ, ਮਸਲ ਉਹਦੇ ਵਿੱਚ ਨਾਜ਼ਲੀ ਹੁੰਦੀ ਆ ਤੇ ਅਨੀਲਾ ਹੁੰਦੀ ਆ, ਮੁਸਤਫਾ ਕੁਰੈਸ਼ੀ ਹੁੰਦਾ ਆ, ਅਫਜ਼ਾਲ ਹੁੰਦਾ ਆ, ਤੇ ਉਹ ਦੂਸਰੇ ਜਿਹੜੇ ਗਾਣੇ ਸੀ ਉਸ ਗਾਣਿਆਂ ਦੀ ਵਜ੍ਹਾ ਨਾਲ ਫਿਰ ਇਹ ਬੜੇ ਗੰਦੇ ਗਾਣਿਆਂ ਦੀ ਵਜ੍ਹਾ ਨਾਲ ਮਸ਼ਹੂਰ ਹੋ ਗਈ। ਫਿਰ ਸੈਂਸਰ ਬੋਰਡ ਨੇ ਇਸ ਫਿਲਮ ਦੇ ਉੱਤੇ ਪਾਬੰਦੀ ਵੀ ਲਾਤੀ, ਲੇਕਿਨ ਜਦੋਂ ਭੁੱਟੋ ਦਾ ਦੌਰ ਸੀ ਫਿਰ ਇਹ ਜਿਸ ਵੇਲੇ ਫਿਲਮ ਰਿਲੀਜ਼ ਹੁੰਦੀ ਸੈਂਸਰ ਬੋਰਡ ਨੇ ਛੱਡਤੀ। ਉਸ ਤੋਂ ਬਾਅਦ ਇਹ ਕਰਾਚੀ ਦੇ ਵਿੱਚ ਲੱਗੀ ਫਿਲਮ। ਕਰਾਚੀ ਦੇ ਵਿੱਚ ਇਹ ਫਿਲਮ ਤਕਰੀਬਨ ਪਹਿਲੀ ਪੰਜਾਬੀ ਫਿਲਮ ਸੀ ਜਿਹੜੀ ਕਈ ਹਫ਼ਤੇ ਤੱਕ ਚੱਲੀ। ਹਾਲਾਂਕਿ ਕਰਾਚੀ ਦੇ ਵਿੱਚ ਪੰਜਾਬੀ ਫਿਲਮ ਨਹੀਂ ਚੱਲਦੀ, ਲੇਕਿਨ ਇਹ ਪਹਿਲੀ ਵਾਹਤ ਫਿਲਮ ਸੀ। ਯਾਨੀ ਤੁਸੀਂ ਕਹਿ ਲਓ ਗੰਦੇ ਗਾਣੇ ਸੀ ਦੇ ਵਿੱਚ, ਗੰਦੇ ਗਾਣਿਆਂ ਦੀ ਵਜ੍ਹਾ ਨਾਲ ਸਿਰਫ ਇਹ ਕਾਮਯਾਬ ਹੋਈ ਫਿਲਮ। ਔਰ ਫਿਰ ਇਸ ਫਿਲਮ ਨੇ ਬਿਜ਼ਨਸ ਠੀਕ ਕੀਤਾ ਕਰਾਚੀ ਦੇ ਵਿੱਚ। ਤੇ ਉਸ ਤੋਂ ਇਲਾਵਾ ਫਿਰ ਅਦਾਕਾਰਾ ਨੀਲੋ ਜਿਹੜੀ ਸੀ ਫਿਲਮਾਂ ਦੇ ਵਿੱਚ 1974 ਚ ਇਨ ਹੋ ਗਏ ਤੇ ਫਿਰ ਉਹਨਾਂ ਦੇ ਰੁਜ਼ਗਾਰ ਦੇ ਮੌਕੇ ਖੁੱਲ ਗਏ। ਦੁਬਾਰਾ ਫਿਲਮਾਂ ਦੇ ਵਿੱਚ ਘਰ ਦਾ ਨਿਜ਼ਾਮ ਉਹਨਾਂ ਦਾ ਸਿਸਟਮ ਸਿੱਧਾ ਕੀਤਾ ਤੇ ਉਹ ਚੱਲਣ ਲੱਗ ਪਿਆ। ਤੇ ਇਸੇ ਤਰ੍ਹਾਂ ਅਦਾਕਾਰਾ ਨੀਲੋ ਨੇ ਫਿਰ ਅਦਾਕਾਰ ਇਕਬਾਲ ਹਸਨ ਨਾਲ ਵੀ ਬੜੇ ਤੁਸੀਂ ਕਹਿ ਲਓ ਵਲਗਰ ਕਿਸਮ ਦੇ ਗਾਣੇ ਕੀਤੇ ਨੇ। ਤੇ ਲੇਕਿਨ ਅਦਾਕਾਰਾ ਨੀਲੋ ਕਹਿੰਦੀਆਂ ਨੇ ਇਹ ਜਦੋਂ ਬੰਦਾ ਫਿਲਮ ਇੰਡਸਟਰੀ ਜਾਂਦਾ ਉਹਦੀ ਮਜਬੂਰੀ ਬਣ ਜਾਂਦੀ ਹੈ ਆਪਣੇ ਕਾਮਯਾਬੀ ਵਾਸਤੇ, ਫਿਰ ਇਸ ਤਰ੍ਹਾਂ ਦੇ ਗਾਣੇ ਕਰਨੇ ਪੈਂਦੇ ਆ। ਤੇ ਹੋਰ ਬੜੀਆਂ ਅਦਾਕਾਰਾਂ ਨੇ ਜਿਨ੍ਹਾਂ ਨੇ ਵਲਗਰ ਕਿਸਮ ਦੇ ਗਾਣੇ ਕੀਤੇ ਨੇ। ਤੇ ਲੇਕਿਨ ਇਹ ਫਿਲਮ ਜਿਹੜੀ ਸੀ ਇਸ ਦਾ ਸਾਰਾ ਨਜ਼ਲਾ ਯੂਸਫ ਖਾਨ ਤੇ ਘੇਰਿਆ ਜਾਂਦਾ ਸੀ ਕਿ ਉਹਨਾਂ ਨੇ ਇਹ ਕੀਤੀ। ਯੂਸਫ ਖਾਨ ਨੂੰ ਨਹੀਂ ਪਤਾ ਇਹਦੇ ਵਿੱਚ ਬਾਅਦ ਚ ਕਿਨੇ ਜਦੋਂ ਰਿਲੀਜ਼ ਹੋਈ ਫਿਰ ਪਤਾ ਲੱਗਾ ਨਾ। ਜਿਸ ਵੇਲੇ ਸ਼ੂਟਿੰਗ ਹੁੰਦੀ ਆ ਫਿਰ ਜਿਹੜੇ ਬੰਦੇ ਦੀ ਸ਼ੂਟਿੰਗ ਹੁੰਦੀ ਆ ਉਸੇ ਨੂੰ ਬੁਲਾਉਂਦੇ ਨੇ, ਉਸੇ ਅਦਾਕਾਰਾਂ ਨੂੰ ਜਿਹਦੇ ਉੱਤੇ ਗਾਣਾ ਫਿਲਮਾਇਆ ਜਾਂਦਾ। ਲੇਕਿਨ ਯੂਸਫ ਖਾਨ ਨੂੰ ਬਾਕੀਆਂ ਦਾ ਨਹੀਂ ਸੀ ਪਤਾ ਕੀ ਬਣਿਆ ਕੀ ਨਹੀਂ ਬਣਿਆ। ਇਸ ਤਰ੍ਹਾਂ ਇਹ ਫਿਲਮ ਜਿਹੜੀ ਆ ਬਹੁਤ ਹਿੱਟ ਹੋਈ, ਕਾਮਯਾਬ ਗਈ, ਕਿਉਂਕਿ ਵਲਗਰ ਕਿਸਮ ਦੀ ਫਿਲਮ ਸੀ ਤੇ ਇਸ ਫਿਲਮ ਨੇ ਫਿਰ ਚੰਗਾ ਬਿਜ਼ਨਸ ਕੀਤਾ। ਇਸ ਤਰ੍ਹਾਂ ਅਦਾਕਾਰਾ ਨੀਲੋ ਜਿਹੜੀ ਆ ਯੂਸਫ ਖਾਨ ਨੇ ਉਹਦੀ ਬੜੀ ਸਪੋਰਟ ਕੀਤੀ। ਯੂਸਫ ਖਾਨ ਸਾਹਿਬ ਉਹਨਾਂ ਦੀ ਵਿਆਹ ਤੋਂ ਪਹਿਲਾਂ ਵੀ ਸਪੋਰਟ ਕਰਦੇ ਹੁੰਦੇ ਸੀ, ਕਈ ਵਾਕਿਆਤ ਦੇ ਵਿੱਚ ਉਹਨਾਂ ਦੀ ਸਪੋਰਟ ਕੀਤੀ। ਇੱਥੋਂ ਤੱਕ ਕਿ ਇੱਕ ਦਫਾ ਉਹਨਾਂ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖਤਰਾ ਹੋ ਗਿਆ ਸੀ, ਉਹ ਵੀ ਉਹਨਾਂ ਨੇ ਬਚਾਇਆ, ਉਹਦੀ ਸਪੋਰਟ ਕੀਤੀ। ਤੇ ਅਦਾਕਾਰ ਯੂਸਫ ਖਾਨ ਨੇ ਇਸ ਤਰ੍ਹਾਂ ਉਹਨਾਂ ਨੂੰ ਦੂਸਰੀ ਦਫਾ ਫਿਲਮਾਂ ਦੇ ਵਿੱਚ ਲਿਆਂਦਾ। ਅਦਾਕਾਰਾ ਨੀਲੋ ਫਿਰ ਅਲਹਮਦੁਲਿਲਾ ਆਪਣੇ ਬੱਚਿਆਂ ਨੂੰ ਪਾਲਣੇ ਵਾਸਤੇ ਦੁਬਾਰਾ ਫਿਲਮਾਂ ਦੇ ਵਿੱਚ ਆਈ ਔਰ ਹਿੱਟ ਹੋ ਗਈ। ਤੇ ਮਾਸ਼ਾਅੱਲਾ ਅੱਲਾਹ ਤਾਲਾ ਨੀਲੋ ਨੂੰ ਆਪਣੀ ਰਹਿਮਤਾਂ ਦੇ ਨਾਲ ਨਵਾਜ਼ੇ। ਉਮੀਦ ਆ ਤੁਹਾਨੂੰ ਇਹ ਸਟੋਰੀ ਪਸੰਦ ਆਈ ਹੋਏਗੀ। ਬੜੀ ਮਿਹਰਬਾਨੀ, ਸ਼ੁਕਰੀਆ। ਅਸਲਾਮੁ ਅਲੈਕੁਮ व रहमतुल्लाहि व बरकातुहू।